ਹੈਲੋ ਫਰੈਂਡਸ, ਵੈਲਕਮ ਬੈਕ ਟੂ ਆਵਰ YouTube ਚੈਨਲ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪੜਾਂਗੇ ਡੈਲੀਗੇਟਡ ਲੈਜਿਸਲੇਸ਼ਨ ਦੇ ਲਾਭ ਅਤੇ ਹਾਨੀਆਂ। ਡੈਲੀਗੇਟਡ ਲੈਜਿਸਲੇਸ਼ਨ ਦੇ ਮੈਰਿਟ ਅਤੇ ਡੀਮੈਰਿਟ ਅਸੀਂ ਇਸ ਵੀਡੀਓ ਦੇ ਵਿੱਚ ਪੜਾਂਗੇ। ਠੀਕ ਹੈ, ਜਿਵੇਂ ਅਸੀਂ ਇਸ ਤੋਂ ਪਹਿਲਾਂ ਪੜ੍ਹ ਕੇ ਆਏ ਕਿ ਡੈਲੀਗੇਟਡ ਲੈਜਿਸਲੇਸ਼ਨ ਕਿਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਸਾਨੂੰ ਪਤਾ ਹੈ ਕਿ ਡੈਮੋਕਰੇਸੀ ਦੇ 3 ਸਤੰਭ ਹਨ: ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ। ਠੀਕ ਹੈ, ਜੋ ਸਾਡੀ ਜੁਡੀਸ਼ਰੀ ਹੈ, ਠੀਕ ਹੈ, ਅਤੇ ਜੋ ਐਗਜ਼ੀਕਿਊਟਿਵ ਹੈ, ਇਸ ਨੂੰ ਜਦੋਂ ਕਾਨੂੰਨ ਬਣਾਉਣ ਦੀ ਸ਼ਕਤੀ ਵਿਧਾਨ ਪਾਲਿਕਾ ਵੱਲੋਂ ਦਿੱਤੀ ਜਾਂਦੀ ਹੈ, ਲੈਜਿਸਲੇਚਰ ਵੱਲੋਂ ਦਿੱਤੀ ਜਾਂਦੀ ਹੈ, ਜਿਸ ਕੋਲ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਠੀਕ ਹੈ, ਉਸ ਕੋਲੋਂ ਜਦੋਂ ਕਾਨੂੰਨ ਬਣਾਉਣ ਦੀ ਸ਼ਕਤੀ ਦੂਸਰੀ ਅਥਾਰਟੀ ਕੋਲ ਡੈਲੀਗੇਟ ਕੀਤੀ ਜਾਂਦੀ ਹੈ ਤਾਂ ਇਸ ਨੂੰ ਡੈਲੀਗੇਟਡ ਲੈਜਿਸਲੇਸ਼ਨ ਕਿਹਾ ਜਾਂਦਾ ਹੈ। ਠੀਕ ਹੈ, ਡੈਲੀਗੇਟਡ ਲੈਜਿਸਲੇਸ਼ਨ ਦੇ ਬਹੁਤ ਸਾਰੇ ਫਾਇਦੇ ਹਨ ਕਿਉਂਕਿ ਇੱਕ ਡੈਮੋਕਰੇਸੀ ਕੰਟਰੀ ਦੇ ਵਿਕਾਸ ਲਈ ਜਾਂ ਇਸ ਦੇ ਜਨਤਾ ਦੇ ਅਨੁਸਾਰ ਕਾਨੂੰਨ ਬਣਾਉਣ ਦੇ ਲਈ ਇਸ ਦੇ ਫਾਇਦੇ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾ ਫਾਇਦਾ ਰਿਡਿਊਸ ਦਾ ਵਰਕ ਲੋਡ ਆਫ ਪਾਰਲੀਮੈਂਟ, ਕਿ ਸੰਸਦ ਦੇ ਕੰਮ ਦਾ ਬੋਝ ਦਾ ਘੱਟ ਹੋਣਾ। ਸੰਸਦ ਨੂੰ ਆਪਣੇ ਜੀਵਨ ਦੇ ਥੋੜ੍ਹੇ ਸਮੇਂ ਵਿੱਚ ਕਈ ਕਾਨੂੰਨ ਪਾਸ ਕਰਨੇ ਪੈਂਦੇ ਹਨ। ਇਸ ਨੂੰ ਇਸ ਪ੍ਰਕਾਰ ਦੀ ਸਖਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਹ ਮੁਸ਼ਕਲ ਨਾਲ ਕਾਨੂੰਨ ਬਣਾਉਣ ਦੀਆਂ ਵਿਵਸਥਾਵਾਂ ਨੂੰ ਵਿਸਥਾਰ ਨਾਲ ਲਾਗੂ ਕਰ ਸਕੇ। ਜੇ ਸੰਸਦ ਉਸ ਕਾਨੂੰਨ ਲਈ ਲੋੜੀਂਦੇ ਸਾਰੇ ਨਿਯਮ ਬਣਾ ਕੇ ਹਰੇਕ ਕਾਨੂੰਨ ਦੇ ਮਾਮੂਲੀ ਅਤੇ ਸਹਾਇਕ ਵੇਰਵਿਆਂ ਨੂੰ ਪੇਸ਼ ਕਰਨ ਵਿੱਚ ਆਪਣਾ ਸਮਾਂ ਦਿੰਦੀ ਹੈ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਵੇਗਾ, ਜੋ ਕਿ ਬਹੁਤ ਘਾਤਕ ਹੋ ਸਕਦਾ ਹੈ ਕਿਉਂਕਿ ਕੁਝ ਕਾਨੂੰਨ ਇਹ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਲਦ ਹੀ ਪਾਸ ਕਰਨਾ ਪੈਂਦਾ। ਉਸ ਸਮੇਂ ਇਹ ਥੋੜ੍ਹੀ ਜਿਹੀ ਐਕਟ ਨਾਲ ਵਿਸਥਾਰ ਨਾਲ ਨਜਿੱਠ ਨਹੀਂ ਹੋ ਸਕਦਾ। ਇਸ ਕਰਕੇ ਸੰਸਦ ਸਿਰਫ ਵਿਸ਼ੇਸ਼ ਮਾਮਲਿਆਂ ਦੇ ਉੱਤੇ ਹੀ ਕਾਨੂੰਨ ਬਣਾਉਂਦੀ ਹੈ। ਬਾਕੀ ਜੋ ਕਾਨੂੰਨ ਬਣਾਉਣ ਦੀ ਅਥਾਰਟੀ ਹੈ ਉਹ ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਨੂੰ ਦਿੱਤੀ ਗਈ। ਇਸ ਕਰਕੇ ਕਹਿ ਸਕਦੇ ਹਾਂ ਕਿ ਇਹ ਸੰਸਦ ਦਾ ਕੀ ਹੈ, ਬੋਝ ਘੱਟ ਹੋਇਆ, ਰਿਡਿਊਸ ਆਫ ਵਰਕ ਹੋਲਡ ਆਫ ਪਾਰਲੀਮੈਂਟ। ਇਸ ਤੋਂ ਨੈਕਸਟ ਪੁਆਇੰਟ ਹੈ ਟੈਕਨੀਕਲ ਐਕਸਪਰਟ, ਮਤਲਬ ਇਹ ਹੈ ਤਕਨੀਕੀ ਮੁਹਾਰਤ, ਕਿ ਆਧੁਨਿਕ ਸਾਧਨਾਂ ਦੀ ਸ਼ੁਰੂਆਤ ਅਤੇ ਟੈਕਨੋਲੋਜੀ ਵਿੱਚ ਤਰੱਕੀ ਦੁਆਰਾ ਅੱਜ ਦਾ ਸੰਸਾਰ ਬਹੁਤ ਤਕਨੀਕੀ ਅਤੇ ਗੁੰਝਲਦਾਰ ਹੋ ਗਿਆ ਹੈ। ਇਸ ਲਈ ਸੰਸਦ ਦੇ ਮੈਂਬਰਾਂ ਲਈ ਹਰ ਖੇਤਰ ਨੂੰ ਜਾਣਨਾ ਜ਼ਰੂਰੀ ਨਹੀਂ ਹੈ, ਪਰੰਤੂ ਕੋਈ ਵੀ ਸਾਰੇ ਖੇਤਰਾਂ ਦਾ ਮਾਲਕ ਨਹੀਂ ਹੋ ਸਕਦਾ। ਇਸ ਲਈ ਸੰਸਦ ਦੇ ਮੈਂਬਰਾਂ ਲਈ ਵੱਖੋ ਵੱਖਰੇ ਖੇਤਰਾਂ ਵਿੱਚ ਕਾਨੂੰਨ ਬਣਾਉਣ, ਲੋੜੀਂਦੀ ਟੈਕਨੋਲੋਜੀ, ਵਾਤਾਵਰਨ ਸੁਰੱਖਿਆ ਨੂੰ ਯਕੀਨੀ ਬਣਾਉਣ, ਵੱਖ-ਵੱਖ ਉਦਯੋਗਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਲੋੜੀਂਦੇ ਸਾਰੇ ਗਿਆਨ ਪ੍ਰਾਪਤ ਕਰਨਾ ਮੁਸ਼ਕਲ ਹੈ, ਜਿਨ੍ਹਾਂ ਨੂੰ ਬੁਨਿਆਦੀ ਗਿਆਨ ਦੀ ਜ਼ਰੂਰਤ ਹੈ। ਇਸ ਲਈ ਜੋ ਜੁਡੀਸ਼ਰੀ ਅਤੇ ਐਗਜ਼ੀਕਿਊਟਿਵ ਹੁੰਦਾ ਹੈ, ਜਿਨ੍ਹਾਂ ਨੂੰ ਕੀ ਹੈ ਪਾਵਰ ਡੈਲੀਗੇਟ ਕੀਤੀ ਜਾਂਦੀ ਹੈ ਕਾਨੂੰਨ ਬਣਾਉਣ ਦੀ, ਉਹ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਹਨ। ਠੀਕ ਹੈ, ਕਾਨੂੰਨ ਬਣਾਉਣ ਦੇ ਵਿੱਚ। ਠੀਕ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਹਨ ਜੋ ਉਸ ਅਹੁਦਿਆਂ ਉੱਤੇ ਬਹਿੰਦੇ ਹਨ। ਠੀਕ ਹੈ, ਇਸ ਕਰਕੇ ਜੋ ਪੜ੍ਹੇ ਲਿਖੇ ਪਰਸਨ ਨੇ ਉਹਨਾਂ ਦੇ ਹੱਥਾਂ ਵਿੱਚ ਦੀ ਜਿਹੜੇ ਕਾਨੂੰਨ ਬਣ ਕੇ ਜਾਣਗੇ ਉਹ ਕਾਨੂੰਨ ਬਹੁਤ ਵਧੀਆ ਹੀ ਹੋ ਸਕਦੇ ਹਨ। ਠੀਕ ਹੈ, ਇਸ ਕਰਕੇ ਇਹ ਵੀ ਇੱਕ ਪੁਆਇੰਟ ਹੈ। ਇਸ ਤੋਂ ਅਗਲਾ ਪੁਆਇੰਟ ਹੈ ਡੀਸੈਂਟਰਲਾਈਜੇਸ਼ਨ ਡਿਸੀਜਨ ਮੇਕਿੰਗ, ਮਤਲਬ ਵਿਕੇਂਦਰੀਕ੍ਰਿਤ ਫੈਸਲੇ ਲੈਣਾ। ਸਥਾਨਕ ਕੌਂਸਲਾਂ ਆਪਣੇ ਹਲਕਿਆਂ ਲਈ ਕਾਨੂੰਨ ਬਣਾਉਣ ਲਈ ਵਧੇਰੇ ਅਨੁਕੂਲ ਹੁੰਦੀਆਂ ਹਨ ਕਿਉਂਕਿ ਉਹ ਕਿਸੇ ਹੋਰ ਦੇ ਮੁਕਾਬਲੇ ਆਪਣੇ ਹਲਕਿਆਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ। ਇਹ ਸਥਾਨਕ ਸੰਸਥਾਵਾਂ ਆਪਣੇ ਖੇਤਰ ਲਈ ਬਿਹਤਰ ਕਾਨੂੰਨ ਬਣਾ ਸਕਦੀਆਂ ਹਨ ਜੋ ਸੰਸਦ ਅਜਿਹਾ ਨਹੀਂ ਕਰ ਸਕਦੀ, ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਦੇ ਸਥਾਨਕ ਲੋਕਾਂ ਨੂੰ ਕਿਸ ਪ੍ਰਕਾਰ ਦੀਆਂ ਸਹੂਲਤਾਂ ਚਾਹੀਦੀਆਂ ਹਨ ਅਤੇ ਕਿਸੇ ਅਜਿਹੇ ਵਿਅਕਤੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਅਸੀਂ ਕਾਨੂੰਨ ਬਣਾ ਰਹੇ ਹਾਂ। ਇਸ ਦੇ ਲਈ ਜੋ ਸੰਸਦ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਨੂੰ ਹਰੇਕ ਖੇਤਰ ਬਾਰੇ ਪੂਰੀ ਨੌਲੇਜ ਨਹੀਂ ਹੁੰਦੀ, ਪਰੰਤੂ ਜੋ ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਹੁੰਦੇ ਹਨ ਉਹ ਖਾਸ ਖੇਤਰ ਦੇ ਨਾਲ ਜੁੜੇ ਹੁੰਦੇ ਹਨ। ਉਹਨਾਂ ਨੂੰ ਆਪਣੇ ਖੇਤਰ ਦੀਆਂ ਪੂਰੀਆਂ ਸਮੱਸਿਆਵਾਂ ਦੇ ਬਾਰੇ ਪਤਾ ਹੁੰਦਾ ਹੈ, ਜਿਸ ਦੇ ਲਈ ਕੀ ਹੈ ਉਹ ਕਾਨੂੰਨ ਵਧੀਆ ਬਣਾ ਸਕਦੇ ਨੇ ਜਿਸ ਦੀ ਉਹਨਾਂ ਨੂੰ ਲੋੜ ਹੋ ਸਕੇ। ਇਸ ਤੋਂ ਬਾਅਦ ਪੁਆਇੰਟ ਆ ਗਿਆ ਐਮਰਜੈਂਸੀ। ਡੈਲੀਗੇਟਡ ਲੈਜਿਸਲੇਸ਼ਨ ਵਿਧਾਨ ਪਾਲਿਕਾ ਐਮਰਜੈਂਸੀ ਦੀ ਸਥਿਤੀ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਦੀ ਆਗਿਆ ਦਿੰਦੀ ਹੈ ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਨੂੰ, ਪਰੰਤੂ ਸੰਸਦ ਹੈ ਜਿਹੜੀ, ਠੀਕ ਹੈ, ਉਹ ਕਾਨੂੰਨ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੈ ਲੈਂਦੀ ਹੈ। ਇਸ ਨੂੰ ਇੱਕ ਸੈਕਸ਼ਨ ਬਣਾਉਣਾ ਪੈਂਦਾ ਹੈ, ਫਿਰ ਸੰਸਦ ਮੈਂਬਰ ਐਮਰਜੈਂਸੀ ਵਿਸ਼ੇ 'ਤੇ ਚਰਚਾ ਕਰਦਾ ਹੈ, ਉਸ ਤੋਂ ਬਾਅਦ ਸਾਰੇ ਸਿੱਟਾ ਕੱਢਦੇ ਹਨ, ਫਿਰ ਐਕਟ ਪਾਸ ਹੁੰਦਾ ਹੈ। ਕੁਝ ਮਾਮਲਿਆਂ ਵਿੱਚ ਸੰਸਦ ਕੋਲ ਸਹੀ ਤਰੀਕੇ ਨਾਲ ਕਾਨੂੰਨ ਬਣਾਉਣ ਲਈ ਲੋੜੀਂਦਾ ਸਮਾਂ ਹੀ ਨਹੀਂ ਹੁੰਦਾ। ਇਸ ਦੇ ਲਈ ਇਹ ਕੀ ਹੈ ਕਿ ਐਮਰਜੈਂਸੀ ਦੇ ਵਿੱਚ ਕਾਨੂੰਨ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਠੀਕ ਹੈ,
ਜਿਸ ਦੇ ਲਈ ਇਹ ਐਗਜ਼ੀਕਿਊਟਿਵ ਜੁਡੀਸ਼ਰੀ ਬਹੁਤ ਹੀ ਜ਼ਿਆਦਾ ਕਾਨੂੰਨ ਬਣਾਉਣ ਦੇ ਵਾਸਤੇ ਬੈਸਟ ਨੇ। ਠੀਕ ਹੈ, ਸੰਸਦ ਦੇ ਬਰਾਬਰ ਜੇਕਰ ਆਪਾਂ ਇਸ ਨੂੰ ਦੇਖੀਏ ਤਾਂ। ਇਸ ਤੋਂ ਅਗਲਾ ਪੁਆਇੰਟ ਹੈ ਇਨੇਬਲਸ ਫਲੈਕਸੀਬਿਲਿਟੀ, ਲਚਕਤਾ ਨੂੰ ਸਮਰੱਥ ਬਣਾਉਂਦਾ ਹੈ। ਡੈਲੀਗੇਟਡ ਲੈਜਿਸਲੇਸ਼ਨ ਸੰਸਦ ਵਿਆਪਕ ਪਿੰਜਰ ਰੂਪ ਦੇ ਵਿੱਚ ਕਾਨੂੰਨ ਬਣਾਉਂਦੀ ਹੈ ਅਤੇ ਕਾਰਜਪਾਲਕਾਂ ਨੂੰ ਛੋਟੇ ਵੇਰਵੇ ਭਰਨੇ ਪੈਂਦੇ ਹਨ। ਇਸ ਲਈ ਇਹਨਾਂ ਮਾਮੂਲੀ ਵੇਰਵਿਆਂ ਨੂੰ ਸੰਸਦ ਵਿੱਚ ਕੋਈ ਸੋਧ ਕੀਤੇ ਬਿਨਾਂ ਤੁਰੰਤ ਬਦਲਿਆ ਜਾ ਸਕਦਾ ਹੈ। ਇਸ ਲਈ ਇਹ ਲਚਕਦਾਰ ਹੈ। ਇਸ ਦੁਆਰਾ ਬਣਾਇਆ ਗਿਆ ਕਾਨੂੰਨ ਆਧੁਨਿਕ ਜਨਤਾ ਦੀਆਂ ਜ਼ਰੂਰਤਾਂ ਲਈ ਸਭ ਤੋਂ ਉੱਤਮ ਹੋ ਸਕਦਾ ਹੈ। ਠੀਕ ਹੈ ਜੀ, ਮਤਲਬ ਕੋਈ ਵੀ ਕਾਨੂੰਨ ਇਹ ਹੈ ਕਿ ਉਹ ਲਾਗੂ ਕਰਦੇ ਨੇ, ਜੇਕਰ ਉਹਨਾਂ ਨੂੰ ਠੀਕ ਲੱਗੇ ਕਾਨੂੰਨ ਇਹ ਠੀਕ ਹੈ ਤਾਂ ਉਸ ਨੂੰ ਰੱਖ ਲੈਂਦੇ ਨੇ, ਪਰ ਜੇਕਰ ਉਹ ਕਾਨੂੰਨ ਸਹੀ ਨਹੀਂ ਹੁੰਦਾ ਤਾਂ ਉਸ ਨੂੰ ਨਾਲ ਦੀ ਨਾਲ ਖ਼ਤਮ ਕਰ ਦਿੱਤਾ ਜਾਂਦਾ ਅਤੇ ਨਵਾਂ ਪਲਾਨ ਲੈ ਆਤਾ ਜਾਂਦਾ। ਠੀਕ ਹੈ, ਇਸ ਕਰਕੇ ਇਹ ਲਚਕ ਹੈ। ਠੀਕ ਹੈ, ਉਸ ਤੋਂ ਅਗਲਾ ਪੁਆਇੰਟ ਹੈਗਾ ਸੀਇੰਗ ਦਾ ਇੰਟਰਸਟ ਆਫ ਅਫੈਕਟਡ ਪਰਸਨ। ਇਸ ਦਾ ਮਤਲਬ ਇਹ ਹੈ ਕਿ ਪ੍ਰਭਾਵਿਤ ਵਿਅਕਤੀ ਦੇ ਹਿੱਤ ਨੂੰ ਵੇਖਣਾ। ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਸ ਵਿਅਕਤੀ ਦੀ ਜ਼ਰੂਰਤ ਅਤੇ ਦਿਲਚਸਪੀ ਨੂੰ ਜਾਣਨਾ ਮਹੱਤਵਪੂਰਨ ਹੁੰਦਾ ਹੈ ਜੋ ਉਸ ਕਾਨੂੰਨ ਜਾਂ ਵਿਧਾਨਕ ਦੁਆਰਾ ਪ੍ਰਭਾਵਿਤ ਹੋਣ ਜਾ ਰਿਹਾ ਹੈ। ਸਿਰਫ ਵੱਡੇ ਘਰਾਂ ਵਿੱਚ ਬੈਠਣਾ ਅਤੇ ਪ੍ਰਭਾਵਿਤ ਵਿਅਕਤੀ ਲਈ ਫੈਸਲਾ ਲੈਣਾ ਸੌਖਾ ਹੈ, ਪਰੰਤੂ ਉਹਨਾਂ ਦੇ ਹਿੱਤਾਂ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਉਹਨਾਂ ਦੇ ਨਾਲ ਉਸੇ ਸਥਿਤੀ ਵਿੱਚ ਰਹਿ ਕੇ ਜਾਣਨਾ ਜਿਸ ਵਿੱਚ ਉਹ ਰਹਿ ਰਹੇ ਹਨ ਉਹ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਜੋ ਲੋਕ ਕਾਨੂੰਨ ਬਣਾਉਣਗੇ ਐਗਜ਼ੀਕਿਊਟਿਵ ਜੁਡੀਸ਼ਰੀ, ਉਹਨਾਂ ਨੂੰ ਲੋਕਾਂ ਦੇ ਹਿੱਤਾਂ ਬਾਰੇ ਪਤਾ ਹੁੰਦਾ ਹੈ ਕਿਉਂਕਿ ਉਹ ਉਹਨਾਂ ਦੇ ਨਾਲ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਵਿਚਰਦੇ ਨੇ। ਠੀਕ ਹੈ, ਜਿਨ੍ਹਾਂ ਕਰਕੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਅਤੇ ਉਸੇ ਪ੍ਰਕਾਰ ਦਾ ਕਾਨੂੰਨ ਬਣ ਕੇ ਆਉਂਦਾ ਹੈ। ਪਰੰਤੂ ਸੰਸਦ ਦੇ ਵਿੱਚ ਇਸ ਪ੍ਰਕਾਰ ਦਾ ਮੇਰਾ ਖਿਆਲ ਹੈ ਨਹੀਂ ਹੁੰਦਾ। ਠੀਕ ਹੈ, ਉਸ ਤੋਂ ਅਗਲਾ ਪੁਆਇੰਟ ਹੈ ਐਕਸਪੈਰੀਮੈਂਟ ਬੇਸਿਸ, ਮਤਲਬ ਪ੍ਰਯੋਗ ਦੇ ਆਧਾਰ 'ਤੇ। ਇਸ ਨੂੰ ਪ੍ਰਯੋਗਾਤਮਕ ਆਧਾਰ 'ਤੇ ਤੌਰ 'ਤੇ ਵਰਤਿਆ ਜਾਂਦਾ ਹੈ। ਇਹ ਫਾਸਟ ਕਾਨੂੰਨ ਬਣਾਉਣ ਦੀ ਆਗਿਆ ਦਿੰਦਾ ਹੈ। ਜੇ ਕੋਈ ਕਾਨੂੰਨ ਕੁਝ ਸਥਿਤੀਆਂ ਵਿੱਚ ਬਣਾਇਆ ਜਾਂਦਾ ਹੈ ਇਸ ਸ਼ਰਤ ਨੂੰ ਪੂਰਾ ਨਹੀਂ ਕਰਦਾ ਜਿਸ ਲਈ ਉਸ ਨੂੰ ਬਣਾਇਆ ਹੈ ਤਾਂ ਉਸ ਨੂੰ ਬਦਲਿਆ ਜਾਂਦਾ ਹੈ। ਇਹ ਉਹੀ ਪੁਆਇੰਟ ਆ ਗਿਆ ਕਿ ਮੰਨ ਲਓ ਜਦੋਂ ਕੋਈ ਆਪਾਂ ਨੇ ਕਾਨੂੰਨ ਬਣਾਇਆ, ਠੀਕ ਹੈ, ਜਿਸ ਉਦੇਸ਼ ਦੇ ਵਾਸਤੇ ਉਹ ਕਾਨੂੰਨ ਬਣਾਇਆ ਗਿਆ, ਜੇਕਰ ਉਹ ਉਦੇਸ਼ ਹੀ ਨਹੀਂ ਪੂਰਾ ਹੋ ਰਿਹਾ, ਠੀਕ ਹੈ, ਤਾਂ ਉਸ ਨੂੰ ਕੀ ਹੈ ਖਤਮ ਕੀਤਾ ਜਾ ਸਕਦਾ ਹੈ ਉਸ ਕਾਨੂੰਨ ਨੂੰ। ਠੀਕ ਹੈ ਜੀ, ਕਿ ਉਸ ਕਾਨੂੰਨ ਨੂੰ ਖਤਮ ਕੀਤਾ ਜਾ ਸਕਦਾ ਹੈ, ਉਸ ਦੀ ਥਾਂ 'ਤੇ ਕੋਈ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਹੈ। ਠੀਕ ਹੈ, ਇਹ ਸਨ ਇਸ ਦੇ ਲਾਭ। ਹੁਣ ਅਸੀਂ ਇਸ ਦੇ ਪੜ੍ਹਦੇ ਹਾਂ ਲਿਸਟ ਆਫ ਦਾ ਡਿਸਐਡਵਾਂਟੇਜ ਆਫ ਡੈਲੀਗੇਟਡ ਲੈਜਿਸਲੇਸ਼ਨ। ਸਭ ਤੋਂ ਪਹਿਲਾਂ ਹੈਗਾ ਅਨਡੈਮੋਕ੍ਰੈਟਿਕ ਪ੍ਰੋਸੀਜਰ। ਇਸ ਦਾ ਮਤਲਬ ਇਹ ਹੈ ਕਿ ਜੋ ਕਾਨੂੰਨ ਬਣਾਉਂਦੇ ਹਨ ਸੰਸਦ ਦੇ ਵਿੱਚ, ਠੀਕ ਹੈ, ਉਹ ਲੋਕ ਕੀ ਨੇ, ਲੋਕਾਂ ਦੁਆਰਾ ਚੁਣੇ ਹੁੰਦੇ ਹਨ। ਠੀਕ ਹੈ, ਲੋਕਾਂ ਦੁਆਰਾ ਇਲੈਕਟ ਹੋਏ ਹੁੰਦੇ ਹਨ, ਮਤਲਬ ਜੋ ਲੋਕਤੰਤਰ ਵਸਿਆ ਹੁੰਦਾ ਜਿਨ੍ਹਾਂ ਦੇ ਵਿੱਚ। ਜੇਕਰ ਉਹ ਕਾਨੂੰਨ ਬਣਾਉਂਦੇ ਨੇ ਤਾਂ ਉਸ ਨੂੰ ਲੋਕਤੰਤਰ ਮੰਨਿਆ ਜਾਊਗਾ। ਪਰੰਤੂ ਜਦੋਂ ਉਹ ਆਪਣੀ ਪਾਵਰ ਨੂੰ ਡੈਲੀਗੇਟ ਕਰ ਦਿੰਦੇ ਹਨ, ਠੀਕ ਹੈ, ਮੰਨ ਲਓ ਉਹ ਜੁਡੀਸ਼ਰੀ ਨੂੰ ਡੈਲੀਗੇਟ ਕਰਦੇ ਨੇ, ਪਰੰਤੂ ਉਹ ਜੁਡੀਸ਼ਰੀ ਵਾਲੇ ਲੋਕ ਜੋ ਜੱਜ ਨੇ ਉਹ ਤਾਂ ਨਹੀਂ ਲੋਕਾਂ ਦੁਆਰਾ ਚੁਣੇ ਹੁੰਦੇ। ਠੀਕ ਹੈ, ਇਹ ਇਸ ਕਰਕੇ ਇਸ ਦਾ ਇੱਕ ਇਹ ਪੁਆਇੰਟ ਕਿਹਾ ਗਿਆ ਕਿ ਇਹ ਅਣਲੋਕਤੰਤਰ ਹੈ। ਉਸ ਤੋਂ ਅਗਲਾ ਪੁਆਇੰਟ ਹੈ ਅਪਾਰਟਮੈਂਟ ਲੈਕ ਆਫ ਡਿਬੇਟ। ਠੀਕ ਹੈ, ਇਸ ਦਾ ਪੁਆਇੰਟ ਇਹ ਹੈ ਮਤਲਬ ਬਹਿਸ ਤੋਂ ਮਤਲਬ ਇਹ ਹੈ ਕਿ ਇਸ ਦੇ ਵਿੱਚ ਬਹਿਸ ਦੀ ਘਾਟ ਹੁੰਦੀ ਹੈ। ਠੀਕ ਹੈ, ਅਤੇ ਪ੍ਰਚਾਰ ਦੀ ਸਪਸ਼ਟ ਘਾਟ ਹੈ ਜੋ ਸੈਕੰਡਰੀ ਕਾਨੂੰਨ ਦੇ ਰੂਪ ਨਾਲ ਜੁੜੀ ਹੋਣੀ ਚਾਹੀਦੀ ਹੈ। ਇਹ ਵੀ ਇੱਕ ਧਿਆਨ ਦੇਣ ਯੋਗ ਗੱਲ ਹੈ। ਜੋ ਕਰਨ ਵਾਲਾ ਐਕਟ ਕੁਝ ਜਨਤਕ ਬਹਿਸ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿਉਂਕਿ ਸੰਸਦ ਦੇ ਵਿੱਚ ਜੋ ਵੀ ਕਾਨੂੰਨ ਬਣਾਉਂਦੇ ਨੇ, ਠੀਕ ਹੈ, ਉਹਨਾਂ ਦੇ ਵਿਚਕਾਰ ਡਿਬੇਟ ਹੁੰਦੀ ਹੈ। ਠੀਕ ਹੈ, ਜਦੋਂ ਵੀ ਕੋਈ ਕਾਨੂੰਨ ਬਣਾਉਂਦੇ ਨੇ ਇਸ ਦੇ ਵਿੱਚ ਪਰੰਤੂ ਜਦੋਂ ਕੋਈ ਆਪਾਂ ਨੇ ਪਾਵਰ ਡੈਲੀਗੇਟ ਕਰਦੀ ਐਗਜ਼ੀਕਿਊਟਿਵ ਜਾਂ ਜੁਡੀਸ਼ਰੀ ਨੂੰ, ਠੀਕ ਹੈ, ਉਹਨਾਂ ਦੇ ਵਿੱਚ ਬਹਿਸ ਨਹੀਂ ਹੁੰਦੀ, ਸੰਸਦ ਦੇ ਵਿੱਚ ਬਹਿਸ ਹੁੰਦੀ ਹੈ। ਇਹ ਇਸ ਦਾ ਬੈਡ ਪੁਆਇੰਟ ਹੈ। ਉਸ ਤੋਂ ਬਾਅਦ ਥਰਡ ਪੁਆਇੰਟ ਆ ਗਿਆ ਪ੍ਰੋਬਲਮ ਆਫ ਸਬ ਡੈਲੀਗੇਸ਼ਨ, ਮਤਲਬ ਸਬ ਡੈਲੀਗੇਸ਼ਨ ਦੀਆਂ ਸਮੱਸਿਆਵਾਂ। ਜੋ ਉਪ ਡੈਲੀਗੇਸ਼ਨ ਦੀ ਉਤਸ਼ਾਹ ਉਦੋਂ ਆ ਸਕਦੀ ਹੈ ਜਦੋਂ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਸੰਸਥਾ ਸਿੱਧੇ ਤੌਰ 'ਤੇ ਇਸ ਨਾਲ ਨਜਿੱਠਣ ਦੇ ਯੋਗ ਨਹੀਂ ਹੁੰਦੀ। ਇਸ ਤਰ੍ਹਾਂ ਉਪ ਵਫਦ ਦੀ ਸਿਰਜਣਾ ਹੋਰ ਪਾਰਟੀਆਂ ਨੂੰ ਨੌਕਰੀ ਦੇਵੇਗੀ, ਨਤੀਜੇ ਵਜੋਂ ਇਹ ਸਮੱਸਿਆਵਾਂ ਪੈਦਾ ਕਰੇਗੀ ਕਿਉਂਕਿ ਦੂਜੀਆਂ ਪਾਰਟੀਆਂ ਨੂੰ ਉਸੇ ਤਰ੍ਹਾਂ ਜਵਾਬਦੇਹ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਾਨੂੰਨ ਨੂੰ ਬਣਾਇਆ ਹੈ। ਸਬ ਡੈਲੀਗੇਸ਼ਨ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਨੇ ਕਿਸੇ ਨੂੰ ਪਾਵਰ ਡੈਲੀਗੇਟ ਕਰਤੀ, ਠੀਕ ਹੈ, ਉਸ ਨੇ ਉਹ ਪਾਵਰ ਆਪਣੇ ਹਿਸਾਬ ਦੇ ਨਾਲ ਵਰਤਣੀ ਹੈ ਕਿ ਉਹ ਦੂਜੀਆਂ ਪਾਰਟੀਆਂ ਨੂੰ ਹੀ ਕੀ ਹੈ ਡੈਲੀਗੇਟ ਕਰੀ ਜਾਵੇਗੀ। ਮੰਨ ਲਏ ਆਪਾਂ ਨੇ ਆਪਾਂ ਨੇ ਪਾਰਟੀ ਚੁਣੀ, ਪਰੰਤੂ ਏ ਨੇ ਆਪਣੀ ਸ਼ਕਤੀ ਸੀ ਨੂੰ ਟਰਾਂਸਫਰ ਕਰਤੀ। ਠੀਕ ਹੈ, ਇਸ ਕਰਕੇ ਇਸ ਦਾ ਕੀ ਹੈ ਪ੍ਰੋਬਲਮ ਹੋ ਜੂਗੀ ਸਬ ਡੈਲੀਗੇਸ਼ਨ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਪੁਆਇੰਟ
ਵਰਡਿੰਗ ਆਫ ਡੈਲੀਗੇਟਡ ਲੈਜਿਸਲੇਸ਼ਨ। ਇਸ ਦਾ ਮਤਲਬ ਇਹ ਹੈ ਕਿ ਡੈਲੀਗੇਟੇਸ਼ਨ ਲੈਜਿਸਲੇਸ਼ਨ ਦੀ ਸ਼ਬਦਾਵਲੀ। ਇੱਕ ਹੋਰ ਸਮੱਸਿਆ ਜਦੋਂ ਡੈਲੀਗੇਟਡ ਲੈਜਿਸਲੇਸ਼ਨ ਦੀ ਗੱਲ ਆਉਂਦੀ ਹੈ, ਉਹ ਸ਼ਬਦ ਹੈ ਅਸਪਸ਼ਟ ਅਤੇ ਤਕਨੀਕੀ ਹੋ ਸਕਦਾ ਹੈ, ਜਿਸ ਨੂੰ ਸਮਝਣਾ ਮੁਸ਼ਕਲ ਹੋ ਜਾਣਾ ਚਾਹੀਦਾ ਹੈ। ਇਹ ਉਹ ਗੁਣ ਸੀ ਜੋ ਸੰਸਦ ਦੇ ਐਕਟਾਂ ਦੇ ਨਾਲ ਸਾਂਝਾ ਕੀਤਾ ਗਿਆ ਕਿ ਇਸ ਕਰਕੇ ਜੋ ਕਾਨੂੰਨ ਬਣਾਏ ਜਾਣਗੇ, ਠੀਕ ਹੈ, ਉਹ ਵਰਡਿੰਗ ਦੇ ਵਿੱਚ ਨਹੀਂ ਆਉਣਗੇ। ਇਸ ਤੋਂ ਅਗਲਾ ਪੁਆਇੰਟ ਆ ਗਿਆ dependence on individuals making claims to review delegation legislation। ਇਸ ਦਾ ਮਤਲਬ ਇਹ ਹੈ ਕਿ ਕਾਨੂੰਨ ਦੀ ਸਮੀਖਿਆ ਕਰਨ ਦੇ ਦਾਅਵੇ ਕਰਨ ਵਾਲੇ ਵਿਅਕਤੀਆਂ ਉੱਤੇ ਨਿਰਭਰਤਾ। ਕਿ ਜੋ ਡੈਲੀਗੇਟਡ ਲੈਜਿਸਲੇਸ਼ਨ ਕਾਨੂੰਨ ਬਾਰੇ ਇੱਕ ਹੋਰ ਸੀਮਾ ਇਹ ਹੈ ਕਿ ਇਹ ਅਦਾਲਤਾਂ ਨੂੰ ਅਜਿਹੇ ਕਾਨੂੰਨ ਬਣਾਉਣ ਦੀ ਸਮੀਖਿਆ ਕਰਨ ਵਿੱਚ ਅਸਮਰੱਥ ਬਣਾਉਂਦਾ ਹੈ। ਇਸ ਤਰ੍ਹਾਂ ਇਹ ਉਹਨਾਂ ਲੋਕਾਂ ਉੱਤੇ ਨਿਰਭਰ ਹੋ ਜਾਵੇਗਾ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਅਤੇ ਮਾਮਲੇ ਨੂੰ ਅਦਾਲਤਾਂ ਦੇ ਧਿਆਨ ਵਿੱਚ ਲਿਆਂਦਾ, ਕਿਉਂਕਿ ਅਦਾਲਤਾਂ ਕੋਲ ਅਜਿਹੇ ਕਾਨੂੰਨ ਬਣਾਉਣ ਦੀ ਸਮੀਖਿਆ ਕੀਤੇ ਜਾਣ ਦਾ ਕੋਈ ਵੀ ਆਮ ਅਧਿਕਾਰ ਨਹੀਂ ਹੁੰਦਾ। ਇਸ ਲਈ ਇਹ ਇੱਕ ਸਮੱਸਿਆ ਖੜੀ ਕਰਦਾ ਹੈ। ਇਸ ਲਈ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆ ਸਮੇਂ ਦੀ ਖਪਤ ਅਤੇ ਮਹਿੰਗੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਮਲੇ ਦੀ ਸਮੀਖਿਆ ਸਿਰਫ ਤਾਂ ਹੀ ਕੀਤੀ ਜਾ ਸਕਦੀ ਹੈ ਜਦੋਂ ਵਿਅਕਤੀਗਤ ਦਾਅਵਿਆਂ ਕੋਲ ਲੋੜੀਂਦਾ ਫੰਡ ਹੋਵੇ। ਨਤੀਜੇ ਵਜੋਂ ਇਸ ਸਥਿਤੀ ਦੇ ਇਲਾਜ ਲਈ ਨਿਆਂਇਕ ਸਮੀਖਿਆ ਦੀ ਪ੍ਰਭਾਵਸ਼ੀਲਤਾ ਬੁਰੀ ਤਰ੍ਹਾਂ ਸੀਮਿਤ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਮੰਨ ਲਓ ਪਾਵਰ ਕਿਸੇ ਨੂੰ ਡੈਲੀਗੇਟ ਕਰਦੇ ਹਾਂ, ਠੀਕ ਹੈ, ਕਿਉਂਕਿ ਉਸਦੇ ਕੋਲ ਉਸ ਪ੍ਰਕਾਰ ਦੇ ਸਾਧਨ ਨਹੀਂ ਹੁੰਦੇ, ਉਸਦੇ ਕੋਲ ਇਕਨੋਮਿਕ ਦੀ ਪ੍ਰੋਬਲਮ ਆ ਜਾਂਦੀ ਹੈ, ਠੀਕ ਹੈ, ਉਸ ਦੀ ਇਹ ਡਿਊਟੀ ਵੀ ਨਹੀਂ ਹੁੰਦੀ, ਠੀਕ ਹੈ। ਇਸ ਕਰਕੇ ਜਿਹੜਾ ਇਹ ਕਲੇਮ ਹੈ ਇਹ ਵੀ ਇਸ ਦੇ ਰੀਜਨ ਦੇ ਵਿੱਚ ਆਉਂਦਾ ਹੈ। ਉਸ ਤੋਂ ਅੱਗੇ ਪੁਆਇੰਟ ਆ ਗਿਆ ਇਨਫਲੂਐਂਸ ਆਫ ਦਾ ਹਾਈ ਕੋਰਟਸ। ਮਤਲਬ ਅਦਾਲਤਾਂ ਦੇ ਉੱਤੇ ਇਫੈਕਟ ਪਾਉਂਦਾ ਹੈ। ਜੋ ਅਦਾਲਤਾਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਦਾ ਮੇਨ ਕੰਮ ਕੀ ਹੁੰਦਾ ਹੈ? ਉਹਨਾਂ ਦਾ ਮੇਨ ਕੰਮ ਹੁੰਦਾ ਹੈ ਜੋ ਝਗੜੇ ਨੇ, ਠੀਕ ਹੈ, ਸਮਾਜ ਦੇ ਵਿੱਚ ਉਹਨਾਂ ਨੂੰ ਖਤਮ ਕਰਨਾ ਅਤੇ ਵਿਅਕਤੀਆਂ ਨੂੰ ਨਿਆਂ ਪ੍ਰਦਾਨ ਕਰਨਾ। ਪਰੰਤੂ ਉਹ ਆਪਣੇ ਕੰਮ ਦੇ ਵਿੱਚ ਲੱਗ ਰਹੀਆਂ ਨੇ, ਪਰੰਤੂ ਜੇਕਰ ਅਸੀਂ ਉਹਨਾਂ ਨੂੰ ਇੱਕ ਨਵਾਂ ਕੰਮ ਹੋਰ ਸੌਂਪ ਦਿਆਂਗੇ ਕਿ ਤੁਸੀਂ ਕਾਨੂੰਨ ਵੀ ਬਣਾਓ, ਠੀਕ ਹੈ, ਤਾਂ ਅਦਾਲਤਾਂ ਦੇ ਉੱਤੇ ਹੋਰ ਜ਼ਿਆਦਾ ਇਫੈਕਟ ਹੋ ਜਾਏਗਾ ਨਾ, ਕਿਉਂਕਿ ਅਦਾਲਤਾਂ ਦੇ ਉੱਤੇ ਤਾਂ ਪਹਿਲੀ ਬਹੁਤ ਜ਼ਿਆਦਾ ਬਰਡਨ ਹੈ, ਬਹੁਤ ਜ਼ਿਆਦਾ ਕੇਸ ਪੈਂਡਿੰਗ ਪਏ ਨੇ, ਠੀਕ ਹੈ। ਜੇਕਰ ਉਹਨਾਂ ਦੇ ਉੱਤੇ ਹੋਰ ਇਨਫਲੂਐਂਸ ਪਾ ਦਿੱਤਾ ਜਾਏਗਾ, ਠੀਕ ਹੈ, ਇਹ ਵੀ ਜ਼ਿਆਦਾ ਮੁਸ਼ਕਿਲ ਵਾਲੀ ਗੱਲ ਹੋ ਜਾਏਗੀ। ਇਹ ਉੱਪਰਲਾ ਪੁਆਇੰਟ ਵੀ ਇਹੀ ਸੀਗਾ ਕਿ ਉਹਨਾਂ ਦੇ ਉੱਤੇ ਜਦੋਂ ਦਬਾਅ ਪਾ ਦਿੱਤਾ ਜਾਏਗਾ ਤਾਂ ਉਹਨਾਂ ਨੂੰ ਵੱਖ-ਵੱਖ ਕੀ ਹੈ ਸਿਸਟਮ ਚਲਾਉਣੇ ਪੈਣਗੇ ਜੋ ਉਹਨਾਂ ਦੇ ਅੰਡਰ ਹੀ ਨਹੀਂ ਆਉਂਦੇ, ਠੀਕ ਹੈ। ਇਸ ਕਰਕੇ ਇਹ ਸੀਗੇ ਬੈਡ ਪੁਆਇੰਟ। ਇਹਦੇ ਪੁਆਇੰਟ ਇਹ ਵੀ ਹੈ ਕਿ ਇਟ ਇਜ਼ ਕੰਟਰੇਰੀ ਟੂ ਦਾ ਡਾਕਟਰਾਈਨ ਆਫ ਸੈਪਰੇਸ਼ਨ ਆਫ ਪਾਵਰ। ਜਿਵੇਂ ਅਸੀਂ ਇਹ ਗੱਲ ਪੜ੍ਹੀ ਹੈ ਕਿ ਇੰਡੀਆ ਦੇ ਵਿੱਚ ਸੈਪਰੇਸ਼ਨ ਆਫ ਪਾਵਰ ਹੈ, ਸ਼ਕਤੀਆਂ ਨੂੰ ਵੱਖ ਕੀਤਾ ਗਿਆ ਹੈ, ਠੀਕ ਹੈ, ਪਰੰਤੂ ਇਹ ਤਾਂ ਉਹਦੇ ਉਲਟ ਹੋ ਜਾਏਗੀ ਗੱਲ। ਵਿਧਾਨ ਪਾਲਿਕਾ ਦਾ ਕੰਮ ਵਿਧਾਨ ਪਾਲਿਕਾ ਕੋਲ ਹੈ, ਕਾਰਜਪਾਲਿਕਾ ਦਾ ਕੰਮ ਕਾਰਜਪਾਲਿਕਾ ਕੋਲ ਹੈ ਅਤੇ ਨਿਆਂਪਾਲਿਕਾ ਦਾ ਕੰਮ ਨਿਆਂਪਾਲਿਕਾ ਕੋਲ ਹੈ। ਪਰੰਤੂ ਜੇਕਰ ਅਸੀਂ ਉਹ ਜਿਹੜੀ ਉਹਨਾਂ ਦੀਆਂ ਸ਼ਕਤੀਆਂ ਨੇ, ਉਹਨਾਂ ਦੀਆਂ ਪਾਵਰਾਂ ਨੇ, ਉਹੀ ਅਸੀਂ ਡੈਲੀਗੇਟ ਕਰ ਦਾਂਗੇ ਤਾਂ ਉਹ ਸਪਰੇਸ਼ਨ ਆਫ ਪਾਵਰ ਦੇ ਉਲਟ ਹੋ ਜਾਏਗਾ ਨਾ, ਠੀਕ ਹੈ। ਇਹ ਵੀ ਇਸ ਦਾ ਇੱਕ ਬੈਡ ਪੁਆਇੰਟ ਹੈ। ਇਸ ਤੋਂ ਅਗਲਾ ਪੁਆਇੰਟ ਹੈ ਇਟ ਇਜ਼ ਐਨ ਯੂਰਪਰੇਸ਼ਨ ਆਫ ਪਾਵਰਸ ਆਫ ਦਾ ਪਾਰਲੀਮੈਂਟ। ਇਸ ਦਾ ਮਤਲਬ ਇਹ ਹੈ ਕਿ ਇਹ ਪਾਰਲੀਮੈਂਟ ਦੀਆਂ ਸ਼ਕਤੀਆਂ ਨੂੰ ਹੜੱਪ ਰਿਹਾ ਹੈ। ਕਿ ਆਪਾਂ ਨੇ ਇਹ ਗੱਲ ਪੜ੍ਹੀ ਹੈ ਕਿ ਜੋ ਸੰਸਦ ਹੈ, ਜੋ ਆਪਣੀ ਵਿਧਾਨ ਪਾਲਕ ਹੈ, ਉਸਦੇ ਕੋਲ ਹੱਕ ਹੈ ਕਿ ਉਹ ਕਾਨੂੰਨ ਬਣਾ ਸਕਦੀ ਹੈ, ਠੀਕ ਹੈ, ਪਰੰਤੂ ਜਦੋਂ ਆਪਾਂ ਨੇ ਪਾਵਰ ਡੈਲੀਗੇਟ ਕਰਤੀ, ਇਹ ਉਸ ਦੀਆਂ ਸ਼ਕਤੀਆਂ ਨੂੰ ਹੜੱਪ ਰਿਹਾ, ਠੀਕ ਹੈ। ਮਤਲਬ ਇਹ ਵੀ ਇਸ ਦਾ ਇੱਕ ਪੁਆਇੰਟ ਹੈ, ਕਿਉਂਕਿ ਕਾਨੂੰਨ ਬਣਾਉਣਾ ਕਿਸ ਦੀ ਡਿਊਟੀ ਹੈ? ਇਹ ਕਾਨੂੰਨ ਬਣਾਉਣ ਦੀ ਡਿਊਟੀ ਕਿਹਦੀ ਹੈ? ਵਿਧਾਨ ਪਾਲਿਕਾ ਦੀ ਹੈ। ਪਰੰਤੂ ਜੇਕਰ ਇਹ ਵਿਧਾਨ ਪਾਲਿਕਾ ਤੋਂ ਕਾਨੂੰਨ ਹੀ ਕਿਸੇ ਨੂੰ ਹੋਰ ਦੇ ਦਿੱਤਾ ਜਾਏਗਾ, ਠੀਕ ਹੈ, ਇਹ ਵੀ ਇਸ ਦੇ ਉਲਟ ਹੋ ਜਾਏਗਾ। ਇਸ ਦਾ ਪੁਆਇੰਟ ਇਹ ਵੀ ਆ ਸਕਦਾ ਕਿ ਐਮਰਜੈਂਸੀ ਰੈਗੂਲੇਸ਼ਨ ਆਫਟਨ ਇਨਫਰਿੰਗ ਸਿਵਲ ਲਿਬਰਟੀ। ਮਤਲਬ ਜਦੋਂ ਅਸੀਂ ਨੇ ਕਿਸੇ ਨੂੰ ਪਾਵਰ ਸੌਂਪ ਦਿੱਤੀ, ਜਿਸ ਪਰਸਨ ਦੀ ਉਹ ਫਰਜ਼ ਬਣਦਾ ਸੀਗਾ ਉਹ ਕੰਮ ਕਰਨ ਦਾ, ਜੇਕਰ ਉਸ ਨੇ ਆਪਣੀ ਪਾਵਰ ਹੀ ਕਿਸੇ ਨੂੰ ਹੋਰ ਸੌਂਪ ਦਿੱਤੀ, ਠੀਕ ਹੈ, ਤਾਂ ਇਸ ਦੇ ਮਾਮਲੇ ਦੇ ਵਿੱਚ ਇਹ ਹੋ ਸਕਦਾ ਹੈ ਕਿ ਜੋ ਆਮ ਲੋਕ ਨੇ, ਠੀਕ ਹੈ, ਉਹਨਾਂ ਦੇ ਕੀ ਹੈ, ਜਿਹੜੀ ਉਹਨਾਂ ਦੀ ਲਿਬਰਟੀ ਹੈ, ਠੀਕ ਹੈ, ਉਸ ਨੂੰ ਵੀ ਸਮੱਸਿਆ ਆ ਸਕਦੀ ਹੈ, ਕਿਉਂਕਿ ਜਿਸ ਦੀ ਉਹ ਜ਼ਿੰਮੇਵਾਰੀ ਬਣਦੀ ਸੀ ਉਸ ਤੋਂ ਉਹ ਜ਼ਿੰਮੇਵਾਰੀ ਖੋਹ ਕੇ ਕਿਸੇ ਹੋਰ ਨੂੰ ਉਹ ਜ਼ਿੰਮੇਵਾਰੀ ਦੇ ਦਿੱਤੀ ਗਈ, ਠੀਕ ਹੈ। ਇਹ ਵੀ ਇਸ ਦਾ ਇੱਕ ਪੁਆਇੰਟ ਹੈ, ਠੀਕ ਹੈ। ਇਹ ਸੀਗੇ ਇਸ ਦੇ ਮੈਰਿਟ ਅਤੇ ਡੀਮੈਰਿਟ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।